ਅਸੀਂ ਇਹ ਪਹਿਲਾਂ ਹੀ ਜਾਣਦੇ ਹਾਂ ਕਿ ਤ੍ਰਿਭੁਜ ਦੇ ਅੰਦਰਲੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਆਓ ਹੁਣ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਿੱਧ ਕਰਦੇ ਹਾਂ ਕਿ ਤ੍ਰਿਭੁਜ ਦੇ ਅੰਦਰਲੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇੱਥੇ ਮੈਂ ਇੱਕ ਤ੍ਰਿਭੁਜ ਡਰਾ ਕੀਤੀ ਹੋਈ ਹੈ ਅਤੇ ਇਸ ਦੇ ਅੰਦਰਲੇ ਕੋਣਾਂ ਦੇ ਮਾਪ ਨੂੰ ਵੱਖ-ਵੱਖ ਨਾਮ ਦੇ ਦਿੱਤੇ ਹਨ। ਮੈਂ ਇੱਥੇ ਮੰਨ ਲਿਆ ਹੈ ਕਿ ਇਸ ਕੋਣ ਦਾ ਮਾਪ x ਹੈ, ਇਸ ਦੂਜੇ ਕੋਣ ਦਾ ਮਾਪ y ਹੈ ਅਤੇ ਤੀਜੇ ਕੋਣ ਦਾ ਮਾਪ z ਹੈ। ਹੁਣ ਇਹ ਸਿੱਧ ਕਰਨ ਦੇ ਲਈ ਕਿ ਇਹਨਾਂ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੈ, ਮੈਂ ਇੱਥੇ ਸਮਾਨਾਂਤਰ ਰੇਖਾਵਾਂ, ਕਾਟਵੀਂ ਰੇਖਾ ਅਤੇ ਸੰਗਤ ਕੋਣਾਂ ਦੇ ਗਿਆਨ ਦੀ ਵਰਤੋਂ ਕਰਾਂਗਾ, ਜੋ ਕਿ ਤੁਹਾਨੂੰ ਪਹਿਲਾਂ ਹੀ ਪਿਛਲੀ ਵੀਡੀਓ ਦੇ ਵਿੱਚ ਸਮਝਾਇਆ ਜਾ ਚੁੱਕਾ ਹੈ। ਤਾਂ ਆਓ ਹੁਣ ਸ਼ੁਰੂ ਕਰਦੇ ਹਾਂ। ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਇਸ ਭੁਜਾ ਨੂੰ ਥੋੜਾ ਜਿਹਾ ਅੱਗੇ ਵਧਾ ਲੈਂਦੇ ਹਾਂ। ਅਸੀਂ ਇਸ ਭੁਜਾ ਨੂੰ ਇਸ ਤਰ੍ਹਾਂ ਅੱਗੇ ਵਧਾ ਲੈਂਦੇ ਹਾਂ ਅਤੇ ਦੂਜੇ ਪਾਸੇ ਤੋਂ ਵੀ ਇਸ ਤਰ੍ਹਾਂ ਥੋੜੀ ਅੱਗੇ ਵਧਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਤ੍ਰਿਭੁਜ ਦੀ ਇਸ ਭੁਜਾ ਨੂੰ ਥੋੜਾ ਜਿਹਾ ਅੱਗੇ ਵਧਾ ਦਿੱਤਾ ਹੈ ਅਤੇ ਹੁਣ ਇਸੀ ਰੇਖਾ ਦੇ ਸਮਾਨਾਂਤਰ ਇਸ ਸਿਖਰ ਵਿੱਚੋਂ ਹੁੰਦੀ ਹੋਈ ਇੱਕ ਰੇਖਾ ਖਿੱਚਾਂਗੇ। ਹੁਣ ਮੈਂ ਇੱਥੋਂ ਇੱਕ ਰੇਖਾ ਖਿੱਚ ਰਿਹਾ ਹਾਂ ਜੋ ਕਿ ਮੈਂ ਮੰਨ ਲੈਂਦਾ ਹਾਂ ਕਿ ਪਹਿਲੀ ਰੇਖਾ ਦੇ ਸਮਾਨਾਂਤਰ ਹੈ। ਹੁਣ ਮੈਂ ਇੱਥੇ ਮੰਨ ਕੇ ਚੱਲਦਾ ਹਾਂ ਕਿ ਦੋਨੋਂ ਹੀ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ। ਇਹ ਦੋਨੋਂ ਹੀ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ। ਅੱਗੇ ਮੈਂ ਤ੍ਰਿਭੁਜ ਦੀ ਇਸ ਭੁਜਾ ਨੂੰ ਥੋੜਾ ਜਿਹਾ ਅੱਗੇ ਵਧਾ ਲੈਂਦਾ ਹਾਂ ਅਤੇ ਦੂਜੇ ਪਾਸੇ ਤੋਂ ਵੀ ਇਸ ਨੂੰ ਅੱਗੇ ਵਧਾ ਲੈਂਦਾ ਹਾਂ। ਇਸ ਤਰ੍ਹਾਂ ਇਹ ਰੇਖਾ ਪਹਿਲੀਆਂ ਦੋਨੋਂ ਸਮਾਨਾਂਤਰ ਰੇਖਾਵਾਂ ਦੀ ਕਾਟਵੀਂ ਰੇਖਾ ਬਣ ਗਈ ਹੈ। ਹੁਣ ਅੱਗੇ ਇਸ ਕੋਣ ਦਾ ਸੰਗਤ ਕੋਣ ਇਹ ਕੋਣ ਹੈ, ਕਿਉਂਕਿ ਇਹ ਦੋਨੋਂ ਹੀ ਕੋਣ ਇਹਨਾਂ ਸਮਾਨਾਂਤਰ ਰੇਖਾਵਾਂ ਦੇ ਉੱਪਰਲੇ ਪਾਸੇ ਹਨ ਅਤੇ ਇਸ ਕਾਟਵੀਂ ਰੇਖਾ ਦੇ ਸੱਜੇ ਪਾਸੇ ਹੈ। ਇਸ ਤਰ੍ਹਾਂ ਦੋਨੋਂ ਹੀ ਕੋਣ ਸੰਗਤ ਕੋਣ ਹਨ ਅਤੇ ਸਾਨੂੰ ਪਤਾ ਹੀ ਹੈ ਕਿ ਜਦੋਂ ਦੋ ਰੇਖਾਵਾਂ ਸਮਾਨਾਂਤਰ ਹੋਣ ਅਤੇ ਇੱਕ ਰੇਖਾ ਕੱਟਦੀ ਹੋਵੇ ਤਾਂ ਸੰਗਤ ਕੋਣਾਂ ਦਾ ਮਾਪ ਬਰਾਬਰ ਹੁੰਦਾ ਹੈ। ਇਸ ਤੋਂ ਭਾਵ ਕਿ ਇਸ ਕੋਣ ਦਾ ਮਾਪ ਵੀ x ਡਿਗਰੀ ਹੋਇਆ। ਦੋਨੋਂ ਹੀ ਕੋਣਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੈ। ਅੱਗੇ ਸਾਨੂੰ ਪਤਾ ਹੈ ਕਿ ਸਿਖਰ ਸਨਮੁਖ ਕੋਣਾਂ ਦਾ ਮਾਪ ਵੀ ਬਰਾਬਰ ਹੁੰਦਾ ਹੈ। ਹੁਣ ਇਸ ਕੋਣ ਦਾ ਸਿਖਰ ਸਨਮੁਖ ਕੋਣ ਇਹ ਕੋਣ ਹੈ ਤਾਂ ਇਸ ਕੋਣ ਦਾ ਮਾਪ ਵੀ ਬਰਾਬਰ ਹੋਇਆ। ਤਾਂ ਇੱਥੋਂ ਸਾਨੂੰ ਦਿਖਾਈ ਦੇਣ ਲੱਗ ਪਿਆ ਕਿ ਇਹ ਕੋਣ ਅਤੇ ਇਹ ਕੋਣ ਇਹਨਾਂ ਦੋਨਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੈ। ਹੁਣ ਅੱਗੇ ਅਸੀਂ ਤ੍ਰਿਭੁਜ ਦੀ ਦੂਜੀ ਭੁਜਾ, ਹੁਣ ਇਸ ਨੂੰ ਵੀ ਅਸੀਂ ਇੱਦਾਂ ਅੱਗੇ ਵਧਾ ਲੈਂਦੇ ਹਾਂ ਪਹਿਲਾਂ ਵਾਂਗ ਹੀ। ਇਸ ਸਾਈਡ ਤੋਂ ਵੀ ਅਸੀਂ ਉੱਪਰ ਨੂੰ ਵਧਾਈ ਤਾਂ ਹੁਣ ਜੋ ਇਹ ਰੇਖਾ ਹੈ ਇਹ ਰੇਖਾ ਵੀ ਇਹਨਾਂ ਦੋਨਾਂ ਸਮਾਨਾਂਤਰ ਰੇਖਾਵਾਂ ਦੀ ਕਾਟਵੀਂ ਰੇਖਾ ਬਣ ਗਈ ਹੈ। ਹੁਣ ਇੱਥੇ ਵੀ ਜੋ ਇਹ ਕੋਣ ਹੈ ਇਸ ਦਾ ਸੰਗਤ ਕੋਣ ਇਹ ਕੋਣ ਬਣ ਰਿਹਾ ਹੈ, ਕਿਉਂਕਿ ਦੋਨੋਂ ਹੀ ਕੋਣ ਇਹਨਾਂ ਸਮਾਨਾਂਤਰ ਰੇਖਾਵਾਂ ਦੇ ਉੱਪਰਲੇ ਖੱਬੇ ਪਾਸੇ ਹਨ। ਤਾਂ ਇਸ ਕੋਣ ਦਾ ਮਾਪ ਵੀ ਇਸ ਕੋਣ ਦੇ ਬਰਾਬਰ ਹੋਇਆ, ਭਾਵ 22 ਦੇ ਬਰਾਬਰ ਹੋਇਆ। ਹੁਣ ਪਹਿਲਾਂ ਵਾਂਗ ਹੀ ਹੁਣ 22 ਦਾ ਸਿਖਰ ਸਨਮੁਖ ਕੋਣ ਇਹ ਕੋਣ ਬਣਦਾ ਹੈ, ਤਾਂ ਇਹਨਾਂ ਦੋਨਾਂ ਕੋਣਾਂ ਦਾ ਮਾਪ ਵੀ ਬਰਾਬਰ ਹੋਇਆ। ਤਾਂ ਇਸ ਕੋਣ ਦਾ ਮਾਪ ਸਾਡੇ ਕੋਲ ਹੋ ਗਿਆ 22 ਡਿਗਰੀ। ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਤ੍ਰਿਭੁਜ ਦੇ ਇਸ ਕੋਣ ਦਾ ਮਾਪ ਅਤੇ ਇਸ ਕੋਣ ਦਾ ਮਾਪ ਦੋਨਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੈ। ਹੁਣ ਅੱਗੇ ਅਸੀਂ ਇਹਨਾਂ ਦੋਨਾਂ ਕੋਣਾਂ ਨੂੰ ਜੋੜ ਲੈਂਦੇ ਹਾਂ। ਜੋੜ ਕੇ ਇੱਕ ਵੱਡਾ ਕੋਣ ਬਣ ਜਾਵੇਗਾ। ਇਹ ਕੋਣ ਬਣ ਗਿਆ ਵੱਡਾ ਕੋਣ। ਹੁਣ ਇਸ ਕੋਣ ਦਾ ਮਾਪ ਹੋਵੇਗਾ x plus z, x plus z। ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਇਸ ਵੱਡੇ ਕੋਣ ਦਾ ਮਾਪ ਹੋ ਗਿਆ ਹੈ। ਹੁਣ ਅੱਗੇ ਧਿਆਨ ਨਾਲ ਦੇਖੋ, ਇਹ ਕੋਣ ਅਤੇ ਇਹ ਕੋਣ ਇਹ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ, ਕਿਉਂਕਿ ਦੋਨੋਂ ਹੀ ਕੋਣ ਇਸ ਰੇਖਾ ਤੇ ਬਣੇ ਹੋਏ ਹਨ ਅਤੇ ਸਾਨੂੰ ਪਤਾ ਹੀ ਹੈ ਕਿ ਸੰਪੂਰਕ ਕੋਣਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੁੰਦਾ ਹੈ। ਤਾਂ ਇੱਥੇ ਭਾਵ ਹੋਇਆ ਕਿ ਵੱਡਾ ਕੋਣ ਸੀ ਸਾਡੇ ਕੋਲ x ਜਮਾ z, x ਜਮਾ z, ਇਹ ਜੋ ਸਾਡੇ ਕੋਲ ਵੱਡਾ ਕੋਣ ਸੀ ਜਮਾ y, ਇਹਨਾਂ ਦਾ ਜੋੜ ਬਰਾਬਰ 180 ਡਿਗਰੀ ਦੇ ਹੋਵੇਗਾ। ਹੁਣ ਇੱਥੇ ਵੀ ਤੁਸੀਂ ਧਿਆਨ ਨਾਲ ਦੇਖੋ, ਇਹ ਤਿੰਨੋਂ ਹੀ ਕੋਣ ਇਸ ਤ੍ਰਿਭੁਜ ਦੇ ਅੰਦਰਲੇ ਕੋਣ ਹਨ, x, z ਅਤੇ y। x, z ਅਤੇ y ਤਿੰਨੋਂ ਹੀ ਤ੍ਰਿਭੁਜ ਦੇ ਅੰਦਰਲੇ ਕੋਣ ਹਨ ਅਤੇ ਇਹਨਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੈ। ਹੁਣ ਅੱਗੇ ਅਸੀਂ ਇਹਨਾਂ ਨੂੰ ਅਲਫਾਬੈਟਿਕਲੀ ਲਿਖ ਲੈਂਦੇ ਹਾਂ, ਭਾਵ ਸਿੱਧੇ ਆਰਡਰ ਦੇ ਵਿੱਚ ਲਿਖ ਲੈਂਦੇ ਹਾਂ। ਪਹਿਲੇ x, x ਜਮਾ
ਦੂਜੇ ਨੰਬਰ 'ਤੇ ਅਸੀਂ ਹੁਣ 22 ਨੂੰ ਪਹਿਲਾਂ ਲਿਖ ਲੈਂਦੇ ਹਾਂ। 22 ਜਮਾ ਤੇ ਤੀਜਾ ਸਾਡਾ ਅੰਦਰਲਾ ਕੋਣ ਸੀ Z, ਅਤੇ ਇਹਨਾਂ ਤਿੰਨਾਂ ਕੋਣਾਂ ਦੇ ਮਾਪ ਦਾ ਜੋੜ ਬਰਾਬਰ 180 ਡਿਗਰੀ ਹੋ ਗਿਆ।